लिख रहा हूँ अंजाम जिस कल आगाज आएगा मेरे लहू मेरे हर एक इनकलाब लाएगा। शायर ਵੱਲੋਂ ਕਹੇ ਗਏ ਇਹ ਬੋਲ ਸਾਨੂੰ ਸ਼ਹੀਦ ਆਜ਼ਮ ਸਰਦਾਰ ਭਗਤ ਸਿੰਘ ਦੀ ਯਾਦ ਦਿਵਾਉਂਦੇ ਹਨ। ਸ਼ਹੀਦ ਆਜ਼ਮ ਸਰਦਾਰ ਭਗਤ ਸਿੰਘ ਦਾ ਜਨਮ 28 ਸਤੰਬਰ 1907 ਨੂੰ ਚੱਕ ਨੰਬਰ 105 ਪਿੰਡ ਬੰਗਾ ਤਹਿਸੀਲ ਜੜਵਾਲਾ ਜ਼ਿਲ੍ਹਾ ਲਾਇਲਪੁਰ ਵਿਖੇ ਹੋਇਆ। ਜਿਸ ਸਮੇਂ ਉਹਨਾਂ ਦਾ ਜਨਮ ਹੋਇਆ ਉਸ ਸਮੇਂ ਉਹਨਾਂ ਦੇ ਚਾਚਾ ਅਜੀਤ ਸਿੰਘ ਮਾਂਡਲੇ ਜੇਲ੍ਹ ਤੋਂ ਰਿਹਾ ਹੋ ਕੇ ਆਏ ਅਤੇ ਪਿਤਾ ਨੇਪਾਲ ਤੋਂ ਵਾਪਸ ਘਰ ਪਰਤੇ ਸਨ। ਇਸ ਲਈ ਉਹਨਾਂ ਦੀ ਦਾਦੀ ਨੇ ਇਹਨਾਂ ਨੂੰ ਭਾਗਾਂ ਵਾਲਾ ਕਿਹਾ ਅਤੇ ਇਸ ਤੋਂ ਹੀ ਇਹਨਾਂ ਦਾ ਨਾਂ ਭਗਤ ਸਿੰਘ ਪੈ ਗਿਆ। ਉਹ ਬਚਪਨ ਤੋਂ ਹੀ ਇਨਕਲਾਬੀ ਵਿਚਾਰਾਂ ਵਾਲੇ ਸਨ। ਕਿਹਾ ਜਾਂਦਾ ਹੈ ਕਿ ਜਦੋਂ 3 ਸਾਲ ਦੇ ਸਨ ਤਾਂ ਉਹਨਾਂ ਨੇ ਆਪਣੇ ਪਿਤਾ ਨੂੰ ਕਿਹਾ ਕਿ ਆਪਾਂ ਖੇਤਾਂ ਵਿੱਚ ਫਸਲਾਂ ਦੀ ਜਗ੍ਹਾ ਹਥਿਆਰ ਕਿਉਂ ਨਹੀਂ ਬੀਜਦੇ ਤਾਂ ਕਿ ਜੋ ਅੰਗਰੇਜ਼ ਹਕੂਮਤ ਦਾ ਮੁਕਾਬਲਾ ਕਰਕੇ ਉਸ ਤੋਂ ਦੇਸ਼ ਨੂੰ ਆਜ਼ਾਦੀ ਦਿਲਾ ਸਕੀਏ। ਅਜਿਹੇ ਵਿਚਾਰ ਸਨ ਭਗਤ ਸਿੰਘ ਦੇ। ਭਗਤ ਸਿੰਘ ਦੀ ਮੁੱਢਲੀ ਪ੍ਰਾਇਮਰੀ ਸਿੱਖਿਆ DAV ਸਕੂਲ ਲਾਹੌਰ ਤੋਂ ਹੋਈ, ਜਿਸ ਨੂੰ ਕਿ ਰਾਜ ਵਿਰੋਧੀ ਸਰਗਰਮੀਆਂ ਦੀ ਨਰਸਰੀ ਕਿਹਾ ਜਾਂਦਾ ਸੀ। ਉਸ ਤੋਂ ਬਾਅਦ ਉਹਨਾਂ ਨੇ 1921-22 'ਚ ਲਾਹੌਰ ਵਿਖੇ ਨੈਸ਼ਨਲ ਕਾਲਜ ਵਿਖੇ ਦਾਖਲਾ ਲੈ ਲਿਆ। ਇੱਥੇ ਇਹਨਾਂ ਦੀ ਮੁਲਾਕਾਤ ਸੁਖਦੇਵ ਨਾਲ ਹੋਈ, ਜਿਨ੍ਹਾਂ ਦਾ ਸਾਥ ਉਹਨਾਂ ਨੂੰ ਫਾਂਸੀ ਦੇ ਤਖ਼ਤੇ ਤੱਕ ਮਿਲਿਆ। ਇਸ ਕਾਲਜ ਵਿੱਚ ਬਹੁਤ ਸਾਰੇ ਇਨਕਲਾਬੀ ਨਾਟਕ ਖੇਡੇ ਜਾਂਦੇ ਸਨ, ਜਿਨ੍ਹਾਂ ਵਿੱਚ ਮੁੱਖ ਨਾਇਕ ਦੀ ਭੂਮਿਕਾ ਭਗਤ ਸਿੰਘ ਨਿਭਾਉਂਦੇ ਸਨ। ਇਹ ਬਹੁਤ ਖੂਬਸੂਰਤ ਸਨ ਅਤੇ ਇਹਨਾਂ ਦੀ ਆਵਾਜ਼ ਵੀ ਦਮਦਾਰ ਸੀ। ਇਹ ਕਲਮ ਦੇ ਵੀ ਬਹੁਤ ਧਨੀ ਸਨ। 1923 'ਚ ਹਿੰਦੀ ਸਾਹਿਤ ਸੰਮੇਲਨ ਵੱਲੋਂ ਕਰਵਾਏ ਗਏ ਲੇਖ ਮੁਕਾਬਲੇ ਵਿੱਚ ਸਰਦਾਰ ਭਗਤ ਸਿੰਘ ਨੇ ਪਹਿਲਾ ਇਨਾਮ ਪ੍ਰਾਪਤ ਕੀਤਾ। ਜਦ ਇਹ ਜਵਾਨ ਹੋਏ ਤਾਂ ਘਰਦਿਆਂ ਨੇ ਇਹਨਾਂ ਦਾ ਵਿਆਹ 'ਤੇ ਜ਼ੋਰ ਪਾਇਆ ਤਾਂ ਇਹਨਾਂ ਨੇ ਉਹਨਾਂ ਦੀ ਇੱਕ ਨਾ ਸੁਣੀ ਅਤੇ ਘਰ-ਬਾਰ ਛੱਡ ਦਿੱਤਾ ਅਤੇ ਆਪਣਾ ਸਾਰਾ ਜੀਵਨ ਆਜ਼ਾਦੀ ਦੇ ਲੇਖੇ ਲਾ ਦਿੱਤਾ। ਉਹਨਾਂ ਨੇ ਕਾਨਪੁਰ ਪਹੁੰਚ ਕੇ ਬਲਵੰਤ ਸਿੰਘ ਦੇ ਨਾਂ ਹੇਠ ਪ੍ਰਤਾਪ ਪ੍ਰੈਸ 'ਚ ਕੰਮ ਕੀਤਾ। 13 ਮਾਰਚ 1926 ਨੂੰ ਭਗਤ ਸਿੰਘ ਅਤੇ ਉਹਨਾਂ ਦੇ ਸਾਥੀਆਂ ਨੇ ਨੌਜਵਾਨ ਸਭਾ ਦੀ ਸਥਾਪਨਾ ਕੀਤੀ, ਜੋ ਕਿ ਇਨਕਲਾਬੀਆਂ ਲਈ ਖੁੱਲ੍ਹਾ ਮੰਚ ਸੀ। ਭਗਤ ਸਿੰਘ ਨੇ ਜਨਰਲ ਸਕੱਤਰ ਦੇ ਰੂਪ ਵਿੱਚ 1928 ਤੋਂ 11 ਅਪ੍ਰੈਲ ਤੋਂ 13 ਅਪ੍ਰੈਲ ਤੱਕ ਇਸ ਦੀ ਪਹਿਲੀ ਕਾਨਫਰੰਸ ਕਰਵਾਈ। ਉਸ ਸਮੇਂ ਦੀ ਅੰਗਰੇਜ਼ ਹਕੂਮਤ ਨੇ 1927 'ਚ ਕਾਕੋਰੀ ਕਾਂਡ ਦੇ ਡਾਕੇ ਦੇ ਸੰਬੰਧ ਵਿੱਚ ਭਗਤ ਸਿੰਘ ਜੀ ਨੂੰ ਗ੍ਰਿਫਤਾਰ ਕਰ ਲਿਆ। ਇੱਥੇ ਹੀ ਬਸ ਨਹੀਂ, ਲਾਹੌਰ ਬੰਬ ਕਾਂਡ ਧਮਾਕੇ 'ਚ ਵੀ ਉਹਨਾਂ ਨੂੰ ਸ਼ਾਮਿਲ ਕਰ ਲਿਆ ਗਿਆ। ਭਗਤ ਸਿੰਘ ਦਾ ਆਦਰਸ਼ ਸ਼ਹੀਦ ਸਰਦਾਰ ਕਰਤਾਰ ਸਿੰਘ ਸਰਾਭਾ ਸਨ। ਉਹਨਾਂ ਦੀ ਫੋਟੋ ਨੂੰ ਉਹ ਹਮੇਸ਼ਾ ਆਪਣੀ ਜੇਬ ਵਿੱਚ ਰੱਖਦੇ ਸਨ। ਇਹ ਵੀ ਕਿਹਾ ਜਾਂਦਾ ਹੈ ਕਿ ਉਹ ਪਿਸਤੌਲ ਦੇ ਨਾਲ ਨਾਲ ਕਿਤਾਬ ਵੀ ਆਪਣੇ ਨਾਲ ਰੱਖਦੇ ਸਨ, ਕਿਉਂਕਿ ਕਿਤਾਬਾਂ ਜਿਹੜੀਆਂ ਹਨ ਉਹ ਗਿਆਨ ਦਾ ਸੋਮਾ ਹਨ ਅਤੇ ਇਸ ਕਰਕੇ ਹਰ ਇੱਕ ਬੰਦੇ ਦੇ ਵਿਚਾਰ ਨੇ ਉਹਨਾਂ ਨੂੰ ਗਿਆਨ ਨਾਲ ਹੀ ਪ੍ਰਭਾਵਿਤ ਕੀਤਾ ਜਾ ਸਕਦਾ ਹੈ। ਸ਼ਹੀਦ ਭਗਤ ਸਿੰਘ ਹਿੰਸਾ ਦੇ ਵਿਰੁੱਧ ਸਨ, ਕਿਉਂਕਿ ਜਦ ਉਹਨਾਂ ਨੇ ਲਾਹੌਰ ਅਸੈਂਬਲੀ ਵਿੱਚ ਪਬਲਿਕ ਦੀ ਸੁਰੱਖਿਆ ਲਈ ਬਿੱਲ ਅਤੇ ਟ੍ਰੇਡ ਡਿਸਪਿਊਟ ਬਿੱਲ ਦੇ ਖਿਲਾਫ ਕੋਰਟ ਦੇ ਵਿੱਚ ਬੰਬ ਸੁੱਟਿਆ ਤਾਂ ਉਹ ਨਕਲੀ ਬੰਬ ਸੀ ਅਤੇ ਉਸ ਨੂੰ ਖਾਲੀ ਸਥਾਨ ਵਿੱਚ ਸੁੱਟਿਆ। ਇਹਨਾਂ 'ਤੇ ਕੇਸ ਚੱਲਿਆ, ਪਰ ਇਹਨਾਂ ਨੇ ਕੋਈ ਵਕੀਲ ਨਾ ਕੀਤਾ ਅਤੇ ਆਪਣੀ ਪੈਰਵੀ ਆਪ ਕਰਦੇ ਰਹੇ। 10 ਜੂਨ 1929 ਨੂੰ ਅਦਾਲਤ ਨੇ ਉਹਨਾਂ ਨੂੰ ਉਮਰ ਕੈਦ ਦੀ ਸਜ਼ਾ ਸੁਣਾ ਕੇ ਭਗਤ ਸਿੰਘ ਨੂੰ ਮੀਆਂਵਾਲਾ ਜੇਲ੍ਹ ਵਿੱਚ ਅਤੇ ਬਟੁਕੇਸ਼ਵਰ ਦੱਤ ਨੂੰ ਕੇਂਦਰੀ ਜੇਲ੍ਹ ਲਾਹੌਰ ਵਿਖੇ ਭੇਜ ਦਿੱਤਾ ਗਿਆ। 25 ਜੂਨ 1929 ਨੂੰ ਭਗਤ ਸਿੰਘ ਨੂੰ ਸਾਂਡਰਸ ਕਤਲ ਕੇਸ 'ਚ ਲਾਹੌਰ ਜੇਲ੍ਹ ਵਿੱਚ ਤਬਦੀਲ ਕਰ ਦਿੱਤਾ ਗਿਆ। ਇੱਥੇ ਅੰਗਰੇਜ਼ਾਂ ਦੇ ਕੈਦੀਆਂ ਪ੍ਰਤੀ ਮਾੜੇ ਵਤੀਰੇ ਅਤੇ ਖਾਣੇ ਵਿਰੁੱਧ ਭੁੱਖ ਹੜਤਾਲ ਕੀਤੀ। ਇਹ ਭੁੱਖ ਹੜਤਾਲ 63 ਦਿਨ ਚੱਲੀ ਅਤੇ ਜਤਿਨ ਦਾਸ ਨਾਂ ਦਾ ਕੈਦੀ ਸ਼ਹਾਦਤ ਪਾ ਗਿਆ। ਅਖੀਰ ਸਰਕਾਰ ਨੂੰ ਕ੍ਰਾਂਤੀਕਾਰ ਦੀਆਂ ਮੰਗਾਂ ਸਾਹਮਣੇ ਝੁਕਣਾ ਪਿਆ। 10 ਜੁਲਾਈ 1929 ਨੂੰ ਜੇਲ੍ਹ ਵਿੱਚ ਹੀ ਸਾਂਡਰਸ ਕਤਲ ਕੇਸ ਦਾ ਮੁਕੱਦਮਾ ਵਿਸ਼ੇਸ਼ ਮੈਜਿਸਟ੍ਰੇਟ ਦੀ ਅਦਾਲਤ ਸ਼ੁਰੂ ਹੋਇਆ। ਸਰਦਾਰ ਭਗਤ ਸਿੰਘ ਨੇ ਸੁਣਵਾਈ ਦੌਰਾਨ ਕੋਈ ਗੰਭੀਰਤਾ ਨਹੀਂ ਦਿਖਾਈ। ਉਹਨਾਂ ਦਾ ਮਕਸਦ ਤਾਂ ਦੇਸ਼ ਲਈ ਕੁਰਬਾਨ ਹੋਣਾ ਸੀ। ਅੰਗਰੇਜ਼ ਸਰਕਾਰ ਨੇ 3 ਜੱਜਾਂ ਦਾ ਟ੍ਰਿਬਿਊਨਲ ਕਾਇਮ ਕੀਤਾ। ਇਸ ਟ੍ਰਿਬਿਊਨਲ ਨੇ
10 ਅਕਤੂਬਰ 1930 ਨੂੰ ਭਗਤ ਸਿੰਘ, ਸੁਖਦੇਵ ਥਾਪਰ ਅਤੇ ਰਾਜਗੁਰੂ ਨੂੰ ਫਾਂਸੀ ਦੀ ਸਜ਼ਾ ਸੁਣਾ ਦਿੱਤੀ। ਇਹਨਾਂ ਤਿੰਨਾਂ ਨੂੰ ਉਹਨਾਂ ਨੇ ਲਾਹੌਰ ਜੇਲ੍ਹ ਵਿੱਚ ਬੰਦ ਕਰ ਦਿੱਤਾ ਗਿਆ। ਭਗਤ ਸਿੰਘ ਕਲਮ ਦੇ ਵੀ ਧਨੀ ਸਨ। ਉਹਨਾਂ ਨੇ ਕਿਤਾਬ ਲਿਖੀ, ਮੈਂ ਨਾਸਤਿਕ ਕਿਉਂ ਹਾਂ। ਸਵੇਰੇ 4 ਵਜੇ ਵਾਰਡਨ ਚੜ੍ਹ ਸਿੰਘ ਨੇ ਕੈਦੀਆਂ ਨੂੰ ਕਿਹਾ ਕਿ ਉਹ ਆਪਣੀਆਂ ਬੈਰਕਾਂ ਵਿੱਚ ਚਲੇ ਜਾਣ। ਹਜਾਮ ਬਰਕਤ ਬੜਬੜਾਉਂਦਾ ਹੋਇਆ ਕੈਦੀਆਂ ਦੀ ਬੈਰਕਾਂ ਮੁਰਦੀ ਇਹ ਕਹਿ ਕੇ ਨਿਕਲਿਆ ਕਿ ਅੱਜ ਭਗਤ ਸਿੰਘ ਹੋਰਾਂ ਨੂੰ ਫਾਂਸੀ ਦਿੱਤੀ ਜਾਣੀ ਹੈ। ਜਦ ਭਗਤ ਸਿੰਘ ਹੋਰਾਂ ਨੂੰ ਵਾਰਡਨ ਲੈਣ ਆਏ ਤਾਂ ਉਹ ਲੈਨਿਨ ਦੀ ਕਿਤਾਬ ਪੜ੍ਹ ਰਹੇ ਸਨ। ਉਹਨਾਂ ਕਿਹਾ, ਠਹਿਰੋ, ਇੱਕ ਇਨਕਲਾਬੀ ਦੂਜੇ ਇਨਕਲਾਬੀ ਨੂੰ ਮਿਲ ਰਿਹਾ ਹੈ। ਉਹਨਾਂ ਨੂੰ ਅੰਤਿਮ ਸਮੇਂ ਪਰਮਾਤਮਾ ਨੂੰ ਯਾਦ ਕਰਨ ਲਈ ਕਿਹਾ ਤਾਂ ਉਹਨਾਂ ਅੱਗੋਂ ਜਵਾਬ ਦਿੱਤਾ, ਮੈਂ ਸਾਰੀ ਉਮਰ ਪਰਮਾਤਮਾ ਦਾ ਨਾਂ ਨਹੀਂ ਲਿਆ, ਹੁਣ ਇਹ ਸਮਝਿਆ ਜਾਵੇਗਾ ਕਿ ਮੈਂ ਮੌਤ ਤੋਂ ਡਰ ਗਿਆ ਹਾਂ। ਜਦੋਂ ਵਾਰਡਨ ਉਹਨਾਂ ਨੂੰ ਕੋਠੜੀ ਨੰਬਰ 14 ਤੋਂ ਲੈ ਕੇ ਫਾਂਸੀ ਦੇਣ ਲਈ ਨਿਕਲੇ ਤਾਂ ਉਹਨਾਂ ਨੇ ਉੱਚੀ ਦੇਣੇ ਇਨਕਲਾਬ ਜ਼ਿੰਦਾਬਾਦ ਦੇ ਨਾਅਰੇ ਲਾਏ। ਇਹਦੇ ਨਾਲ ਹੀ ਬਾਕੀ ਕੈਦੀਆਂ ਨੇ ਵੀ ਬਹੁਤ ਉੱਚੀ ਆਵਾਜ਼ ਵਿੱਚ ਇਨਕਲਾਬ ਜ਼ਿੰਦਾਬਾਦ ਦੇ ਨਾਅਰੇ ਲਾਉਣੇ ਸ਼ੁਰੂ ਕਰ ਦਿੱਤੇ। ਭਗਤ ਸਿੰਘ ਜੀ ਨੇ ਇੰਨੀ ਉੱਚੀ ਆਵਾਜ਼ 'ਚ ਇਨਕਲਾਬ ਜ਼ਿੰਦਾਬਾਦ ਦਾ ਨਾਅਰਾ ਲਾਇਆ ਕਿ ਲਾਹੌਰ ਜ਼ਿਲ੍ਹਾ ਕਾਂਗਰਸ ਦੇ ਸਕੱਤਰ ਪਿੰਡੀ ਦਾ ਸੋਂਧੀ ਦਾ ਘਰ, ਜੋ ਕਿ ਲਾਹੌਰ ਸੈਂਟਰਲ ਜੇਲ੍ਹ ਦੇ ਨੇੜੇ ਸੀ, ਦੇ ਘਰ ਤੱਕ ਆਵਾਜ਼ ਸੁਣਾਈ ਦਿੱਤੀ। ਫਾਂਸੀ ਲੱਗਣ ਤੋਂ ਪਹਿਲਾਂ ਉਹਨਾਂ ਇੱਕ ਸ਼ੇਰ ਪੜ੍ਹਿਆ, दिल से न निकलेगी ना मर कर भी वतन की उल्फत, मेरी मिट्टी से ही खुशबू ए वतन भाई। अंतिम स्नेहा जो भगत सिंह जी ने दिता कि समाजवाद मुर्दाबाद, इनकलाब जिंदाबाद। राजगुरू जी ने कहा, असीं छेती मिलांगे। इन्हां चों पुछया गया कि पहला कौन फांसी के फंदे ते चढ़ेगा, तो सुखदेव जी ने पहला हामी भरी ਤੇ ਉਹਨਾਂ ਨੂੰ ਨਿਸ਼ਚਿਤ ਸਮੇਂ ਤੋਂ 12 ਘੰਟੇ ਪਹਿਲਾਂ 23 ਮਾਰਚ 1931 ਨੂੰ ਸ਼ਾਮੀ 7:35 ਤੇ ਫਾਂਸੀ ਦੇ ਦਿੱਤੀ ਗਈ। ਤਿੰਨਾਂ ਨੇ ਮਿਲ ਕੇ ਇੱਕ ਗੀਤ ਗਾਇਆ, ਕਦੇ ਉਹ ਦਿਨ ਆਵੇਗਾ ਕਿ ਜਦ ਅਸੀਂ ਆਜ਼ਾਦ ਹੋਵਾਂਗੇ, ਇਹ ਆਪਣੀ ਹੀ ਧਰਤੀ ਹੋਵੇਗੀ, ਇਹ ਆਪਣਾ ਹੀ ਅਸਮਾਨ ਹੋਵੇਗਾ। ਉਸ ਤੋਂ ਬਾਅਦ ਜਲਾਦ ਨੇ ਇਹਨਾਂ ਨੂੰ ਫਾਂਸੀ ਦੇ ਦਿੱਤੀ ਗਈ। ਜੇਲ੍ਹ ਦੀ ਪਿਛਲੀ ਕੰਧ ਤੋੜ ਕੇ ਇੱਕ ਟਰੱਕ ਜੇਲ੍ਹ 'ਚ ਲਿਆਂਦਾ ਗਿਆ ਅਤੇ ਲੋਥਾਂ ਨੂੰ ਵਾਰਸਾਂ ਦੇ ਹਵਾਲੇ ਕਰਨ ਦੀ ਥਾਂ ਫਿਰੋਜ਼ਪੁਰ ਪਹੁੰਚਾ ਦਿੱਤਾ ਗਿਆ, ਜਿੱਥੇ ਸਤਲੁਜ ਦਰਿਆ ਦੇ ਕੰਢੇ ਵਸੇ ਹੁਸੈਨੇਵਾਲਾ ਨਾਂ ਦੇ ਸਥਾਨ 'ਤੇ ਤਿੰਨਾਂ ਦੀ ਇਕੱਠੀ ਚਿਖਾ ਬਣਾ ਦਿੱਤੀ ਗਈ। ਜੇਲ੍ਹ ਦਾ ਅਧਿਕਾਰੀ ਸੁਦਰਸ਼ਨ ਸਿੰਘ ਕਸੂਰ ਪਿੰਡ ਤੋਂ ਇੱਕ ਪੁਜਾਰੀ ਜਗਦੀਸ਼ ਅਚਰਜ ਨੂੰ ਬੁਲਾ ਕੇ ਲਿਆਇਆ। ਜਦੋਂ ਤਿੰਨਾਂ ਦੀ ਲੋਥਾਂ ਨੂੰ ਅਗਨੀ ਦਿੱਤੀ ਗਈ ਤਾਂ ਲੋਕਾਂ ਨੂੰ ਪਤਾ ਲੱਗ ਗਿਆ। ਲੋਕ ਉੱਥੇ ਪਹੁੰਚ ਗਏ ਅਤੇ ਜੇਲ੍ਹ ਦੇ ਅਧਿਕਾਰੀ ਚਲਦੀ ਚਿਖਾ ਨੂੰ ਛੱਡ ਕੇ ਦੌੜ ਗਏ। ਸਾਰੇ ਪਾਸੇ ਇਹ ਗੱਲ ਅੱਗ ਦੀ ਤਰ੍ਹਾਂ ਫੈਲ ਗਈ। ਸਾਰੇ ਲਾਹੌਰ 'ਚ ਸੋਗ ਮਾਰਚ ਕੱਢਿਆ ਗਿਆ। ਇਹ ਮਾਰਚ 3 ਮੀਲ ਲੰਬਾ ਸੀ। ਮਰਦਾਂ ਨੇ ਕਾਲੀਆਂ ਪੱਟੀਆਂ ਬੰਨ੍ਹੀਆਂ ਸਨ ਅਤੇ ਔਰਤਾਂ ਨੇ ਕਾਲੀਆਂ ਚੁੰਨੀਆਂ ਲਈਆਂ ਸਨ। ਅਚਾਨਕ ਪੂਰੀ ਭੀੜ 'ਚ ਚੁੱਪੀ ਪਸਰ ਗਈ ਜਦ ਇਹ ਐਲਾਨ ਹੋ ਗਿਆ ਕਿ ਸ਼ਹੀਦਾਂ ਦੀਆਂ ਲਾਸ਼ਾਂ ਪਹੁੰਚ ਗਈਆਂ ਹਨ। ਲੋਕ ਭਾਵੁਕ ਹੋ ਗਏ। ਲੋਕ ਆਪਣੇ ਅਥਰੂ ਨਾ ਰੋਕ ਸਕੇ।